प्रिय राज गुरु जी ਦੇ ਪਵਿੱਤਰ ਬਚਨ ਸੁਣ ਕੇ ਰਾਜਾ ਗੁਰੂ ਜੀ ਦੀ ਚਰਨ ਪਹੁਲ ਲੈ ਕੇ ਸਿੱਖ ਹੋ ਗਿਆ ਅਤੇ ਬੇਨਤੀ ਕੀਤੀ ਕਿ ਆਪ ਕਿਰਪਾ ਕਰਕੇ ਸਦਾ ਇੱਥੇ ਹੀ ਨਿਵਾਸ ਰੱਖੋ। ਰਾਜੇ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਧਰਮਸਾਲ ਵਿੱਚ ਡੇਰਾ ਕਰ ਲਿਆ। ਆਪ ਜੀ ਦੇ ਪਵਿੱਤਰ ਉਪਦੇਸ਼ ਸੁਣ ਕੇ ਸੰਗਲਾਦੀਪ ਦੇ ਬੇਅੰਤ ਲੋਕਾਂ ਨੇ ਆਪ ਜੀ ਦੀ ਸਿੱਖੀ ਧਾਰਨ ਕਰ ਲਈ। ਇੱਥੇ ਠਹਿਰ ਕੇ ਗੁਰੂ ਜੀ ਨੇ ਰਾਜੇ ਨੂੰ ਯੋਗ ਦੇਣ ਵਾਸਤੇ ਪ੍ਰਾਨ ਸੰਗਲੀ ਗ੍ਰੰਥ ਰਚਿਆ। ਇਸ ਦੇ 113 ਅਧਿਆਏ ਹਨ, ਜਿਨ੍ਹਾਂ ਵਿੱਚ ਯੋਗ ਸੰਬੰਧੀ ਵਿਸਥਾਰ ਪੂਰਵਕ ਕਥਨ ਕੀਤਾ ਹੋਇਆ ਹੈ। ਗੁਰੂ ਜੀ ਰੋਜ਼ ਹੀ ਸਤਨਾਮ ਦਾ ਕੀਰਤਨ ਕਰਦੇ ਸਨ, ਜਿਸ ਨੂੰ ਸੁਣਨ ਵਾਸਤੇ ਬਹੁਤ ਲੋਕ ਆਉਂਦੇ ਸਨ। ਗੁਰੂ ਜੀ ਵੱਲੋਂ ਇੱਕ ਵੱਡਾ ਭਾਰੀ ਲੰਗਰ ਹੁੰਦਾ ਸੀ, ਜਿਸ ਵਿੱਚ 1 ਮਣ ਅਰਥਾਤ 21 ਸੇਰ ਲੂਣ ਹਰ ਰੋਜ਼ ਵਰਤਿਆ ਜਾਂਦਾ ਸੀ। ਸਤਨਾਮ ਦਾ ਪ੍ਰਚਾਰ ਕਰਕੇ ਗੁਰੂ ਜੀ ਨੇ ਰਾਜੇ ਨੂੰ ਮੰਜੀ ਬਖਸ਼ੀ, ਅਰਥਾਤ ਉੱਥੋਂ ਦੀ ਸੰਗਤ ਦਾ ਪੂਜਿਆ ਕਰ ਦਿੱਤਾ ਅਤੇ ਆਪ ਚੱਲਣ ਦੀ ਤਿਆਰੀ ਕਰ ਲਈ। ਇੱਥੋਂ ਚੱਲ ਕੇ ਗੁਰੂ ਜੀ ਦੇ ਨਾਲ ਮੈਂ ਤੇ ਮਰਦਾਨਾ ਦੋਵੇਂ ਤ੍ਰਿਆ ਰਾਜ ਵਿੱਚ, ਜਿੱਥੇ ਇੱਕ ਇਸਤਰੀ ਰਾਜ ਕਰਦੀ ਸੀ, ਪਹੁੰਚ ਗਏ। ਰਸਤੇ ਵਿੱਚ ਮਰਦਾਨੇ ਨੇ ਆਖਿਆ, ਗੁਰੂ ਜੀ, ਮੈਨੂੰ ਪਿਆਸ ਨੇ ਬਹੁਤ ਵਿਆਕੁਲ ਕੀਤਾ ਹੈ, ਮੈਂ ਨਗਰ ਵਿੱਚੋਂ ਪਾਣੀ ਪੀ ਆਵਾਂ। ਜਦ ਮਰਦਾਨਾ ਇੱਕ ਘਰ ਤੋਂ ਪਾਣੀ ਪੀਣ ਗਿਆ ਤਾਂ ਉਸ ਦੀ ਘਰ ਦੀ ਇੱਕ ਇਸਤਰੀ ਨੇ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ, ਕਿਸ ਕੰਮ ਆਏ ਹੋ? ਮਰਦਾਨੇ ਨੇ ਕਿਹਾ, ਮੇਰਾ ਨਾਮ ਮਰਦਾਨਾ ਹੈ, ਪੰਜਾਬ ਦੇਸ਼ ਹੈ ਅਤੇ ਸੈਰ ਕਰਨ ਇੱਧਰ ਆਏ ਹਾਂ। ਮਰਦਾਨੇ ਦੀ ਇਹ ਗੱਲ ਸੁਣ ਕੇ ਉਸ ਇਸਤਰੀ ਨੇ ਪਾਣੀ ਪਿਆਉਣ ਦੇ ਬਹਾਨੇ ਮਰਦਾਨੇ ਦੇ ਗਲ ਵਿੱਚ ਇੱਕ ਧਾਗਾ ਬੰਨ੍ਹ ਦਿੱਤਾ। ਧਾਗਾ ਬੰਨ੍ਹਣ ਨਾਲ ਮਰਦਾਨਾ ਭੇਡੂ ਬਣ ਗਿਆ ਤੇ ਉਸ ਇਸਤਰੀ ਨੇ ਇਸ ਨੂੰ ਕਿੱਲੇ ਨਾਲ ਬੰਨ੍ਹ ਦਿੱਤਾ ਅਤੇ ਆਪ ਪਾਣੀ ਦਾ ਘੜਾ ਲੈਣ ਚਲੀ ਗਈ। ਜਦ 2 ਘੜੀਆਂ ਬੀਤ ਗਈਆਂ ਤੇ ਗੁਰੂ ਜੀ ਨੇ ਕਿਹਾ, ਬਾਲਾ, ਮਰਦਾਨਾ ਵਾਪਸ ਨਹੀਂ ਆਇਆ, ਵਿਚਾਰਾ ਕਿਤੇ ਫਸ ਹੀ ਨਾ ਗਿਆ ਹੋਵੇ। ਇਹ ਗੱਲ ਕਰਕੇ ਗੁਰੂ ਜੀ ਮਰਦਾਨੇ ਦਾ ਪਤਾ ਕਰਨ ਨਗਰ ਨੂੰ ਤੁਰ ਪਏ ਤਾਂ ਅੱਗੋਂ ਉਹੀ ਇਸਤਰੀ ਪਾਣੀ ਦਾ ਘੜਾ ਲੈਣ ਆਈ ਮਿਲ ਪਈ। ਗੁਰੂ ਜੀ ਨੇ ਉਸ ਨੂੰ ਪੁੱਛਿਆ, ਸਾਡਾ ਇੱਕ ਆਦਮੀ ਨਗਰ ਵਿੱਚ ਪਾਣੀ ਪੀਣ ਗਿਆ ਸੀ ਤੇ ਵਾਪਸ ਨਹੀਂ ਆਇਆ, ਮੈਨੂੰ ਉਸ ਦਾ ਕੁਝ ਪਤਾ ਹੋਵੇ ਤਾਂ ਦੱਸ। ਉਸ ਨੇ ਕਿਹਾ, ਮੈਨੂੰ ਤੁਹਾਡੇ ਆਦਮੀ ਦਾ ਕੁਝ ਪਤਾ ਨਹੀਂ ਹੈ। ਗੁਰੂ ਜੀ ਨੇ ਕਿਹਾ, ਤੇਰੇ ਘਰ ਹੀ ਦੱਸ ਪੈਂਦੀ ਹੈ। ਜਦੋਂ ਉਸ ਨੇ ਅੱਗੋਂ ਕਿਹਾ, ਜੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਉਂਦਾ ਤਾਂ ਅੰਦਰ ਵੜ ਕੇ ਦੇਖ ਲਵੋ, ਅਸਾਂ ਕਿਸੇ ਨੂੰ ਅੰਦਰ ਨਹੀਂ ਲੁਕਾਇਆ ਹੋਇਆ। ਤਦ ਸਤਿਗੁਰੂ ਜੀ ਨੇ ਉਸ ਚੰਚਲਹਾਰੀ ਨਾਰੀ ਦੇ ਪਰਥਾਏ ਇਹ ਸ਼ਲੋਕ ਕਿਹਾ, ਕਲਰ ਕੀ ਵਣਜਾਰੀਆਂ ਝੁੰਗੇ ਮੁਸਕ ਮੰਗੇਨ, ਅਮਲਾ ਬਾਝੋ ਨਾਨਕਾ ਕਿਉਂ ਕਰ ਕੰਤ ਮਿਲੇਨ। ਗੁਰੂ ਜੀ ਦੇ ਇਹ ਬਚਨ ਕਹਿਣ ਨਾਲ ਉਸ ਇਸਤਰੀ ਦੇ ਸਿਰ ਉਤਲਾ ਘੜਾ ਉਸ ਦੇ ਸਿਰ ਦੇ ਨਾਲ ਹੀ ਜੁੜ ਗਿਆ। ਜਦ ਮਰਦਾਨਾ ਗੁਰੂ ਜੀ ਨੂੰ ਵੇਖ ਕੇ ਭੈਂ ਭੈਂ ਕਰਨ ਲੱਗਾ ਤਾਂ ਗੁਰੂ ਜੀ ਨੇ ਸਤਨਾਮ ਵਾਹਿਗੁਰੂ ਦਾ ਉਚਾਰਨ ਕੀਤਾ, ਜਿਸ ਨਾਲ ਮਰਦਾਨੇ ਦੇ ਗਲ ਵਿੱਚੋਂ ਧਾਗਾ ਟੁੱਟ ਗਿਆ ਤੇ ਉਹ ਆਪਣੇ ਅਸਲੀ ਮਨੁੱਖੀ ਰੂਪ ਵਿੱਚ ਹੋ ਗਿਆ। ਜਦ ਉਧਰ ਇਸਤਰੀ ਦੇ ਸਿਰ ਨਾਲ ਜੁੜਿਆ ਹੋਇਆ ਘੜਾ ਕਿਸੇ ਤਰ੍ਹਾਂ ਵੀ ਨਾ ਲੱਥੇ ਤਾਂ ਨਗਰ ਵਿੱਚ ਸਾਰੇ ਰੌਲਾ ਪੈ ਗਿਆ ਤੇ ਹੈਰਾਨਗੀ ਛਾ ਗਈ। ਸਭ ਜਾਦੂ ਟੂਣੇ ਤੇ ਮੰਤਰ ਜੰਤਰ ਕਰਕੇ ਟੂਣੇ ਹਾਰ ਇਸਤਰੀਆਂ ਹਾਰ ਗਈਆਂ ਤਾਂ ਉਹਨਾਂ ਦੀ ਸਰਦਾਰਨੀ ਨੂਰ ਸ਼ਾਹ ਆਪ ਚੱਲ ਕੇ ਆਈ। ਨੂਰ ਸ਼ਾਹ ਨੇ ਵੀ ਆਪਣਾ ਜਾਦੂ ਟੂਣੇ ਦਾ ਬਹੁਤ ਜ਼ੋਰ ਲਾਇਆ, ਪਰ ਘੜਾ ਸਿਰ ਨਾਲੋਂ ਫੇਰ ਵੀ ਨਾ ਲੱਥਾ। ਤਦ ਉਸ ਘੜੇ ਵਾਲੀ ਨੇ ਆਖਿਆ ਕਿ ਇਸ ਸੰਤ ਦੀ ਸ਼ਰਨ ਪੈ ਕੇ ਮਾਫੀ ਮੰਗੋ, ਇਹ ਬੜੀ ਕਰਨੀ ਵਾਲੇ ਜਾਪਦੇ ਹਨ, ਇਹਨਾਂ ਅੱਗੇ ਸਾਡੀ ਹੋਰ ਕੋਈ ਪੇਸ਼ ਨਹੀਂ ਜਾਣੇ। ਜਦ ਸਾਰੀਆਂ ਟੂਣੇ ਹਾਰੀਆਂ ਇਕੱਠੀਆਂ ਹੋ ਕੇ ਗੁਰੂ ਜੀ ਦੀ ਸ਼ਰਨ ਆਈਆਂ, ਉਹਨਾਂ ਨੂੰ ਵੇਖ ਕੇ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਰਾਗ ਸੂਹੀ ਮਹਿਲਾ ਪਹਿਲਾ ਕੁਚ ਜੀ, ਏਕ ਓਂਕਾਰ ਸਤਿਗੁਰੂ ਪ੍ਰਸਾਦ। ਮੁੰਜ ਕੁਛ ਸੀ ਮਾਵਣ ਡੋਸੜੇ ਹੋ ਕਿਉ ਸਹਿ ਰਾਵਣ ਜਾਓ ਜਿਉ, ਇੱਕ ਦੂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਉ ਜਿਉ, ਜਿਨੀ ਸਖੀ ਸੋਹ ਰਾਵਿਆ ਸੇ ਅੰਬੀ ਛਾਵਣੀ ਇਹ ਜਿਉ, ਸੇ ਗੁਣ ਮੰਝ ਨਾ ਆਵਨੀ ਹੋ ਕੇ ਜੀ ਦੋਸ ਧਰਿਓ ਜਿਉ, ਕਿਆ ਗੁਣ ਤੇਰੇ ਵਿਥਰਾ ਹੋ ਕਿਆ ਕਿਨਾ ਤੇਰਾ ਨਾਉ ਜਿਉ, ਇਕਤ ਟੋਲ ਨਾ ਅੰਬੜ ਅੜਾ ਹਾਉ ਸਦ ਕੁਰਬਾਨੇ ਤੇਰੇ ਜਾਓ ਜਿਉ, ਸੋਇਨਾ ਰੂਪਾ ਰੰਗਲਾ ਮੋਤੀ ਤੇ ਮਾਣਕ ਜਿਉ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿਤ ਜਿਉ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਉ, ਹੋ ਐਨੀ ਟੋਲੀ ਭਲੀਅਸ ਤਿਸ ਕੰਤ ਨਾ ਬੈਠੀ ਪਾਸ ਜਿਉ, ਅੰਬਰ ਕੂੰਜਾਂ ਕੁਰਲੀਆਂ ਬਗ ਬੈਠੇ ਆਏ ਜਿਉ, ਸਾ ਤਨ ਚਲੀ ਸਾਹੁਰੇ ਕਿਆ ਮੋਹ ਦੇਸੀ ਅੱਗੇ ਜਾਏ ਜਿਉ, ਸੁੱਤੀ ਸੁੱਤੀ ਝਾਲ ਥੀਆ ਫੁੱਲੀ ਵਾਟਣੀ ਆਸ ਜਿਉ, ਤੈ ਸਹਿ ਨਲ ਹੈ ਮੋਤੀਅਸ ਦੁਖਾਂ ਕੂਤ ਰਿਆਸ ਜਿਉ, ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜਿਉ, ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜਿਉ। ਅਰਥਾਤ
ਮੈਂ ਚੰਗੇ ਲੱਛਣਾਂ ਵਾਲੀ ਨਹੀਂ ਹਾਂ, ਮੇਰੇ ਵਿੱਚ ਬਹੁਤ ਦੋਸ਼ ਹਨ। ਫੇਰ ਮੈਂ ਪਤੀ ਨੂੰ ਕਿਸ ਤਰ੍ਹਾਂ ਪਾਵਾਂ? ਮੇਰੇ ਨਾਲੋਂ ਸਾਰੀਆਂ ਵੱਧ ਤੋਂ ਵੱਧ ਚੰਗੀਆਂ ਹਨ, ਮੈਨੂੰ ਕੋਈ ਵੀ ਨਹੀਂ ਜਾਣਦਾ। ਮੈਂ ਕਿਸ ਦੇ ਸਿਰ ਤੇ ਦੋਸ਼ ਲਾਵਾਂ? ਮੇਰੇ ਵਿੱਚ ਉਹ ਗੁਣ ਨਹੀਂ ਹਨ ਜਿਹੜੇ ਚੰਗੀਆਂ ਇਸਤਰੀਆਂ ਵਿੱਚ ਹਨ। ਹੇ ਪਿਆਰੇ, ਮੈਂ ਤੇਰੇ ਕਿਹੜੇ ਗੁਣਾਂ ਦਾ ਵਰਣਨ ਕਰਾਂ ਅਤੇ ਤੇਰੇ ਕਿਹੜੇ ਸੋਹਣੇ ਸੋਹਣੇ ਨਾਮ ਆਖਾਂ। ਤੂੰ ਮੈਨੂੰ ਸੋਨਾ, ਚਾਂਦੀ, ਮੋਤੀ ਤੇ ਮੰਦਰ ਆਦਿਕ ਬਹੁਮੁੱਲੀਆਂ ਵਸਤੂਆਂ ਦਿੱਤੀਆਂ ਹਨ। ਉਹਨਾਂ ਵਿੱਚ ਲੱਗ ਕੇ ਮੈਂ ਤੈਨੂੰ ਭੁਲਾ ਬੈਠੀ ਹਾਂ। ਸਿਰ ਦੇ ਕਾਲੇ ਵਾਲ ਚਿੱਟੇ ਹੋ ਗਏ ਜੀਵ ਰੂਪੀ ਇਸਤਰੀ ਅੱਗੇ ਜਾ ਕੇ ਕਿਹੜਾ ਮੂੰਹ ਦੇਵੇਗੀ, ਕਿਉਂਕਿ ਉਸ ਨੂੰ ਸੰਸਾਰ ਦੇ ਧੰਦਿਆਂ ਵਿੱਚ ਹੀ ਅੰਤ ਸਮਾਂ ਆ ਗਿਆ। ਉਹ ਸੱਚਾ ਮਾਰਗ ਭੁੱਲੀ ਹੀ ਰਹੀ। ਹੇ ਸੁਆਮੀ, ਮੈਂ ਤੇਰੇ ਨਾਲੋਂ ਭੁੱਲ ਕੇ ਦੁੱਖ ਸਹਿੜ ਲਏ। ਤੂੰ ਸਰਬ ਗੁਣਾਂ ਦਾ ਮਾਲਕ ਹੈ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਮੈਨੂੰ ਵੀ ਆਪਣੇ ਮਿਲਾਪ ਦਾ ਆਨੰਦ ਬਖਸ਼ੋ। ਨੂਰ ਸ਼ਾਹ ਨੇ ਇਹ ਉਪਦੇਸ਼ ਸੁਣ ਕੇ ਗੁਰੂ ਜੀ ਅੱਗੇ ਸਿਰ ਝੁਕਾਇਆ ਤੇ ਬੇਨਤੀ ਕੀਤੀ ਕਿ ਇਸਤਰੀ ਨੇ ਬੜੀ ਭੁੱਲ ਕੀਤੀ ਹੈ। ਅੱਗੇ ਤੋਂ ਐਸਾ ਕੰਮ ਨਹੀਂ ਹੋਵੇਗਾ। ਹੁਣ ਕਿਰਪਾ ਕਰਕੇ ਬਖਸ਼ ਦਿਓ। ਗੁਰੂ ਜੀ ਨੇ ਬਚਨ ਕੀਤਾ ਕਿ ਸਤਨਾਮ ਆਖ ਕੇ ਇਸ ਦੇ ਸਿਰ ਤੋਂ ਘੜਾ ਲਾਹ ਲਵੋ। ਤਦ ਇੱਕ ਇਸਤਰੀ ਨੇ ਉੱਠ ਕੇ ਸਤਨਾਮ ਆਖ ਕੇ ਘੜਾ ਲਾਹ ਦਿੱਤਾ, ਜਿਸ ਨਾਲ ਸਭ ਜਾਦੂਗਰਨੀਆਂ ਬੜੀਆਂ ਹੈਰਾਨ ਹੋਈਆਂ। ਫਿਰ ਉਹਨਾਂ ਨੇ ਮੋਤੀ, ਹੀਰੇ ਤੇ ਸੁੰਦਰ ਬਸਤਰ ਗੁਰੂ ਜੀ ਦੀ ਭੇਟ ਕਰਕੇ ਆਖਿਆ ਕਿ ਅਸੀਂ ਗੁਨਾਹਗਾਰ ਹਾਂ, ਸਾਨੂੰ ਬਖਸ਼ ਦਿਓ। ਇਸ ਤਰ੍ਹਾਂ ਦੀਨ ਵੇਖ ਕੇ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀ ਆਹ, ਮਨਹਿ ਕਸੂਦਾ ਕਾਲੀਆਂ ਬਾਹਰ ਚਿਟਵੀ ਆਹ, ਰੀਸਾ ਕਰੇ ਤਿਨਾੜੀਆਂ ਜੋ ਸੇਵੇ ਦਰ ਖੜੀ ਆਹ, ਨਾਲ ਖਸਮੇ ਰਤੀਆਂ ਮਾਣੀ ਹੈ ਸੁਖ ਰਲੀ ਆਹ, ਹੋਂਦੇ ਤਾਣ ਨਿਤਾਣੀਆਂ ਰਹਿ ਨਿਮਾਣੀ ਆਹ, ਨਾਨਕ ਜਨਮ ਸਕਾਰ ਥਾ ਜੇ ਤਿਨਕੇ ਸੰਗ ਮਿਲਾਹ। ਅਰਥਾਤ ਤੁਸੀਂ ਗੱਲਾਂ ਕਰਨ ਵਿੱਚ ਤਾਂ ਚੰਗੀਆਂ ਹੋ, ਪਰ ਕੰਮਾਂ ਕਰਕੇ ਭੈੜੀਆਂ ਤੇ ਮਨ ਤੋਂ ਤੁਸੀਂ ਕਾਲੀਆਂ ਹੋ। ਬਾਹਰੋਂ ਚਿੱਟੀਆਂ, ਤੁਸੀਂ ਰੀਸਾਂ ਉਹਨਾਂ ਦੀਆਂ ਕਰਦੀਆਂ ਹੋ ਜਿਹੜੀਆਂ ਸਦਾ ਆਪਣੇ ਮਾਲਕ ਦੀ ਸੇਵਾ ਕਰਦੀਆਂ ਹਨ। ਉਹ ਆਪਣੇ ਮਾਲਕ ਦਾ ਸੁੱਖ ਮਾਣਦੀਆਂ ਹਨ ਅਤੇ ਫਿਰ ਸਦਾ ਨਿਮਾਣੀਆਂ ਹੋ ਕੇ ਰਹਿੰਦੀਆਂ ਹਨ। ਜੇ ਤੁਸੀਂ ਵੀ ਉਹਨਾਂ ਦੀ ਸੰਗਤ ਕਰ ਲਵੋ ਤਾਂ ਤੁਹਾਡਾ ਜਨਮ ਵੀ ਸਫਲਾ ਹੋ ਜਾਵੇ। ਗੁਰੂ ਜੀ ਦਾ ਇਹ ਪ੍ਰਭਾਵਸ਼ਾਲੀ ਉਪਦੇਸ਼ ਸੁਣ ਕੇ ਉਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਵੀ ਆਪਣੀ ਸਿੱਖੀ ਬਖਸ਼ੋ। ਗੁਰੂ ਜੀ ਨੇ ਉਹਨਾਂ ਨੂੰ ਪਾਹੁਲ ਦੇ ਕੇ ਸਿੱਖੀ ਬਖਸ਼ੀ ਅਤੇ ਨਿਤ ਸੰਗਤ ਕਰਨ ਵਾਸਤੇ ਧਰਮਸ਼ਾਲਾ ਬਣਵਾਈ ਅਤੇ ਆਖਿਆ ਕਿ ਅੱਗੇ ਤੋਂ ਜੋ ਸਿੱਖ ਸੰਤ ਆਵੇ ਉਸ ਦੀ ਸੇਵਾ ਕਰਨੀ ਅਤੇ ਸਤਨਾਮ ਦਾ ਜਾਪ ਨਿਤ ਜਪਣਾ। ਭਰਥਰੀ ਜੋਗੀ ਨਾਲ ਗੋਸ਼ਟ। ਤ੍ਰਿਆ ਰਾਜ ਵਿੱਚ ਕੁਝ ਦਿਨ ਆਪਣੇ ਪਵਿੱਤਰ ਉਪਦੇਸ਼ਾਂ ਨਾਲ ਜਾਦੂਗਰਨੀਆਂ ਨੂੰ ਸਿੱਖੀ ਦਾਨ ਤੇ ਸਮੱਤ ਬਖਸ਼ ਕੇ ਸਤਿਗੁਰੂ ਜੀ ਭਰਥਰੀ ਜੋਗੀ ਪਾਸ ਆ ਗਏ। ਇਸ ਜੋਗੀ ਦੀ ਦੱਖਣ ਦੇਸ਼ਾਂ ਵਿੱਚ ਬੜੀ ਪ੍ਰਸਿੱਧਤਾ ਸੀ। ਗੁਰੂ ਜੀ ਨੇ ਉਸ ਦੇ ਡੇਰੇ ਦੇ ਬਾਹਰ ਆਸਣ ਲਾ ਲਿਆ। ਜਦ ਭਰਥਰੀ ਨੂੰ ਪਤਾ ਲੱਗਾ ਤਾਂ ਉਸ ਨੇ ਆਪ ਜੀ ਪਾਸ ਆਣ ਕੇ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ ਅਤੇ ਕਿੱਥੇ ਜਾਣਾ ਹੈ। ਗੁਰੂ ਜੀ ਦਾ ਇਸ਼ਾਰਾ ਪਾ ਕੇ ਮੈਂ ਬਾਲੇ ਨੇ ਭਰਥਰੀ ਨੂੰ ਦੱਸਿਆ ਕਿ ਇਹ ਗੁਰੂ ਨਾਨਕ ਨਿਰੰਕਾਰੀ ਹਨ, ਪੰਜਾਬ ਦੇਸ਼ ਦੇ ਵਾਸੀ ਹਨ ਅਤੇ ਦੇਸਾਂ ਪ੍ਰਦੇਸਾਂ ਦੀ ਯਾਤਰਾ ਕਰਦੇ ਫਿਰਦੇ ਹਨ। ਮੈਂ ਤੇ ਇਹ ਮਰਦਾਨਾ ਦੋਵੇਂ ਇਹਨਾਂ ਦੇ ਸੇਵਾਦਾਰ ਹਾਂ। ਨਾਨਕ ਨਿਰੰਕਾਰੀ ਨਾਮ ਸੁਣ ਕੇ ਭਰਥਰੀ ਬੜਾ ਪ੍ਰਸੰਨ ਹੋਇਆ ਅਤੇ ਚਰਨ ਬੰਦਨਾ ਕਰਕੇ ਕਹਿਣ ਲੱਗਾ, ਮਹਾਰਾਜ, ਮੈਂ ਬਹੁਤ ਸਮੇਂ ਤੋਂ ਆਪ ਜੀ ਦੀ ਉਡੀਕ ਕਰ ਰਿਹਾ ਸਾਂ। ਆਪ ਜੀ ਦੇ ਦਰਸ਼ਨ ਦੇ ਕੇ ਬੜੀ ਕਿਰਪਾ ਕੀਤੀ ਹੈ। ਗੁਰੂ ਜੀ ਨੇ ਕਿਹਾ, ਤੁਹਾਨੂੰ ਸਾਡੀ ਉਡੀਕ ਕਿਸ ਤਰ੍ਹਾਂ ਸੀ? ਭਰਥਰੀ ਨੇ ਦੱਸਿਆ ਕਿ ਇੱਕ ਵਾਰ ਮੈਨੂੰ ਨਾਰਦ ਮੁਨੀ ਮਿਲੇ ਸਨ ਅਤੇ ਮੈਂ ਉਹਨਾਂ ਤੋਂ ਕੁਝ ਪ੍ਰਸ਼ਨ ਪੁੱਛੇ ਸਨ। ਤਦ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਪੁੱਛਾਂ ਦਾ ਉੱਤਰ ਗੁਰੂ ਨਾਨਕ ਨਿਰੰਕਾਰੀ ਜੀ ਹੀ ਤੁਹਾਨੂੰ ਇੱਥੇ ਦੇਣਗੇ। ਤਦੋਂ ਦਾ ਮੈਂ ਤੁਹਾਨੂੰ ਇੱਥੇ ਉਡੀਕ ਰਿਹਾ ਹਾਂ। ਭਰਥਰੀ ਦੀ ਇਤਨੀ ਬਹੁਤੀ ਸ਼ਰਧਾ ਵੇਖ ਕੇ ਗੁਰੂ ਜੀ ਨੇ ਕਿਹਾ, ਜੋ ਕੁਝ ਤੁਸੀਂ ਪੁੱਛਣਾ ਚਾਹੁੰਦੇ ਹੋ ਪੁੱਛ ਲਵੋ। ਭਰਥਰੀ ਨੇ ਕਿਹਾ, ਮੈਂ ਹਠ ਯੋਗ ਦੀ ਸਾਧਨਾ ਕਰਕੇ ਮਨ ਨੂੰ ਸਾਧਿਆ ਹੈ। ਮਨ ਨਿਰਮਲ ਹੋਣ ਨਾਲ ਹੀ ਸ਼ੁਭ ਗਤੀ ਪ੍ਰਾਪਤ ਹੁੰਦੀ ਹੈ, ਨਹੀਂ ਤਾਂ ਮੋਹ ਮਾਇਆ ਦੇ ਬੰਧਨ ਨਹੀਂ ਟੁੱਟਦੇ। ਪਰ ਭਗਤੀ ਨਾਲ ਮਨ ਕਿਸ ਤਰ੍ਹਾਂ ਨਿਰਮਲ ਹੁੰਦਾ ਹੈ, ਮੈਨੂੰ ਇਹ ਸਮਝਾਓ। ਮੈਂ ਤਾਂ ਇਹੀ ਸਮਝਦਾ ਹਾਂ ਕਿ ਯੋਗ ਤੋਂ ਬਿਨਾਂ ਮਨ ਨੂੰ ਸਾਧਨਾ ਬਹੁਤ ਕਠਿਨ ਗੱਲ ਹੈ। ਇਹ ਮੇਰਾ ਪਹਿਲਾ ਸੰਸਾ ਹੈ। ਦੂਜਾ ਸੰਸਾ ਮੇਰਾ ਇਹ ਹੈ ਕਿ ਸਿੱਧ ਲੋਕ ਸ਼ਰਾਬ ਦਾ ਪਿਆਲਾ ਪੀ ਕੇ ਰਾਤ ਦਿਨ ਇੱਕ ਅਨਹਦ ਧੁਨੀ ਵਿੱਚ ਮਸਤ ਰਹਿੰਦੇ ਹਨ ਅਤੇ ਵਿਸ਼ੇ ਵਿਕਾਰਾਂ ਤੋਂ ਰਹਿਤ ਰਹਿੰਦੇ ਹਨ, ਪਰ ਭਗਤੀ ਵਿੱਚ ਕਿਸ ਜ਼ੋਰ ਨਾਲ ਹਰੀ ਰੰਗ ਵਿੱਚ ਲਿਵ ਲੱਗਦੀ ਹੈ ਅਤੇ ਵੈਰਾਗੀ ਦਿਲ ਕਿਸ ਤਰ੍ਹਾਂ ਹੁੰਦਾ ਹੈ, ਕਿਉਂਕਿ ਵਿਰਾਗ ਤੋਂ ਬਿਨਾਂ ਪ੍ਰੇਮ ਨਹੀਂ ਜਾਗਦਾ। ਆਪ ਕਿਰਪਾ ਕਰਕੇ ਇਹਨਾਂ ਦਾ ਉੱਤਰ ਦਿਓ। ਗੁਰੂ ਜੀ ਨੇ ਕਿਹਾ, ਹੇ ਚਤੁਰ ਭਰਥਰੀ,
ਇਹਨਾਂ ਦਾ ਉੱਤਰ ਸੁਣ। ਭਗਤੀ ਤੋਂ ਬਿਨਾਂ ਮਨ ਨਿਰਮਲ ਨਹੀਂ ਹੁੰਦਾ। ਤੇਰੀ ਇਹ ਗੱਲ ਸੱਚੀ ਹੈ ਕਿ ਯੋਗ ਤੋਂ ਬਿਨਾਂ ਮਨ ਨਿਰਮਲ ਨਹੀਂ ਹੁੰਦਾ, ਪਰ ਇਸ ਕੰਮ ਵਾਸਤੇ ਭਗਤੀ ਯੋਗ ਸ਼੍ਰੇਸ਼ਟ ਹੈ। ਜਿਹੜੇ ਸਿਆਣੇ ਲੋਕ ਜਗਤ ਵਿੱਚ ਮੁਕਤੀ ਚਾਹੁੰਦੇ ਹਨ, ਉਹ ਇਹ ਲੱਛਣ ਗੁਣ ਗ੍ਰਹਿਣ ਕਰਦੇ ਹਨ। ਆਸਾ ਮਹਿਲਾ ਪਹਿਲਾ। ਗੁਰ ਕਾ ਸ਼ਬਦ ਮੰਨੇ ਮਹਿ, ਮੁੰਦਰਾ ਖਿੰਥਾ ਖਿਮਾ ਹੰਡਵਾਓ। ਜੋ ਕਿਛ ਕਰੇ ਭਲਾ ਕਰ, ਮਾਨੋ ਸਹਿਜ ਜੋਗ ਨਿਤ ਪਾਵੋ। ਬਾਬਾ ਜੁਗਤਾ ਜਿਉ ਜੁਗਹਿ, ਜੁਗ ਜੋਗੀ ਪਰਮ ਤੰਤ ਮਹਿ ਜੋਗ। ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗ। ਰਹਾਉ। शिव नगरी मह आसन बैसो, कल्प त्यागी बानम। सिंगी शब्द सदा धुन सोहे, अहनस पूरे नादम। पत विचार ज्ञान मत डंडा, वर्तमान विभूतम। हर कीर्त रह रास हमारी, गुरमुख पंथ अतीतम। सगली जोत हमारी सम्या, नाना वर्ण अनेकम। कहो नानक सुन भरतरी, जोगी पार ब्रह्म लिव एकम। ਗੁਰੂ ਜੀ ਨੇ ਕਿਹਾ, ਹੇ ਭਰਤਰੀ ਜੋਗੀ, ਜਿਹੜਾ ਪੁਰਸ਼ ਇਸ ਤਰ੍ਹਾਂ ਦਾ ਜੋਗ ਧਾਰਦਾ ਹੈ, ਉਸ ਦੇ ਮਨ ਦੀ ਸਾਰੀ ਵਿਸ਼ੇ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਉਪਰੰਤ ਜਿਹੜਾ ਤੂੰ ਪਿਆਲਾ ਪੀਣਾ ਦੱਸਿਆ ਹੈ, ਉਹ ਵੀ ਕੰਨ ਦੇ ਕੇ ਧਿਆਨ ਨਾਲ ਸੁਣੋ। ਮੈਂ ਦੱਸਦਾ ਹਾਂ। ਆਸਾ ਮਹਿਲਾ ਪਹਿਲਾ। ਗੁੜ ਕਰ ਗਿਆਨ ਧਿਆਨ ਕਰ ਧਾਵੇ, ਕਰ ਕਰਣੀ ਕਸ ਪਾਈਐ। ਪਾਠੀ ਪਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ। ਬਾਬਾ ਮਨ ਮਤਵਾਰੋ, ਨਾਮ ਰਸ ਪੀਵੇ ਸਹਿਜ ਰੰਗ ਰਚ ਰਹਿਆ। ਅਹਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਕਹਿਆ ਰਹਾਉ। ਪੂਰਾ ਸਾਚ ਪਿਆਲਾ ਸਹਿਜੇ, ਤਿਸੇ ਪੀਆਏ ਜਾ ਕੋ ਨਦਰ ਕਰੇ। ਅੰਮ੍ਰਿਤ ਕਾ ਵਪਾਰੀ ਹੋਵੈ, ਕਿਆ ਮਦ ਛੂਛੇ ਭਾਉ ਤਰੇ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪ੍ਰਵਾਨ ਭਇਆ। दर दर्शन का प्रीतम होवे, मुकुट बैकुंठे करे क्या। सिफती रता सद बैरागी, जुए जन्म न हारे। कहो नानक सुन भरतरी, जोगी खीवा ਅੰਮ੍ਰਿਤ ਧਾਰੇ। ਹੇ ਭਰਤਰੀ, ਜਿਹੜੇ ਪੁਰਸ਼ ਕਰਤਾਰ ਦੇ ਰੰਗ ਵਿੱਚ ਰੰਗੇ ਹੋਏ ਨਾਮ ਜਪਦੇ ਹਨ, ਉਹਨਾਂ ਦੇ ਮਨ ਦੀਆਂ ਬੁਰੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਹਨ। ਪ੍ਰਭੂ ਚਰਨਾਂ ਦੇ ਪ੍ਰੇਮ ਵਿੱਚ ਮਸਤਾਨੇ ਹੋ ਕੇ ਉਹ ਜਗਤ ਦੇ ਸਾਰੇ ਬੰਧਨ ਨਾਸ ਕਰ ਦਿੰਦੇ ਹਨ। ਆਪ ਜੀ ਦੇ ਬਚਨ ਸੁਣ ਕੇ ਭਰਤਰੀ ਦੇ ਮਨ ਦਾ ਸੰਸਾ ਨਿਵਰਤ ਹੋ ਗਿਆ। ਉਸ ਨੇ ਭਗਤੀ ਦੀ ਮਹਿਮਾ ਨੂੰ ਸੁੱਖਾਂ ਦਾ ਘਰ ਜਾਣਿਆ ਅਤੇ ਹੱਥ ਜੋੜ ਕੇ ਗੁਰੂ ਜੀ ਨੂੰ ਬੜੇ ਪ੍ਰੇਮ ਤੇ ਸ਼ਰਧਾ ਨਾਲ ਨਮਸਕਾਰ ਕੀਤੀ। ਤੁਹਾਡਾ ਰਾਕਸ਼। ਭਰਤਰੀ ਪਾਸੋਂ ਵਿਦਾ ਹੋ ਕੇ ਗੁਰੂ ਜੀ ਨਾਲ ਮੈਂ ਤੇ ਮਰਦਾਨਾ ਮਨ ਪਰਚਾਵੇ ਵਾਸਤੇ ਹਾਸ ਵਿਲਾਸ ਕਰਦੇ ਹੋਏ ਕੁਝ ਕੋਹਾਂ ਤੇ ਦੂਰ ਜਾ ਬੈਠੇ। ਇੱਥੇ ਬੈਠੇ ਬੈਠੇ ਗੁਰੂ ਜੀ ਨੇ ਮਰਦਾਨੇ ਦਾ ਮਨ ਭਰਮਾ ਦਿੱਤਾ। ਉਸ ਨੇ ਕਿਹਾ, ਗੁਰੂ ਜੀ ਮੈਨੂੰ ਆਗਿਆ ਦਿਓ, ਮੈਂ ਘਰ ਚਲਿਆ ਜਾਵਾਂ। ਮੇਰਾ ਮਨ ਉਦਾਸ ਹੋ ਗਿਆ ਹੈ। ਹੁਣ ਮੈਂ ਤੁਹਾਡੇ ਨਾਲ ਅੱਗੇ ਨਹੀਂ ਜਾਵਾਂਗਾ। ਗੁਰੂ ਜੀ ਨੇ ਕਿਹਾ, ਮਰਦਾਨਿਆ, ਰਸਤੇ ਵਿੱਚ ਤੈਨੂੰ ਕੋਈ ਬਲਾ ਨਾ ਖਾ ਲਵੇ। ਤੂੰ ਸਾਡੇ ਨਾਲ ਹੀ ਸੁੱਖ ਨਾਲ ਰਹੋ। ਪਰ ਮਰਦਾਨਾ ਗੁਰੂ ਜੀ ਦੀ ਕੋਈ ਗੱਲ ਨਾ ਮੰਨਿਆ ਤੇ ਆਗਿਆ ਲੈ ਕੇ ਇਕੱਲਾ ਹੀ ਤੁਰ ਪਿਆ। ਗੁਰੂ ਜੀ ਮੇਰੇ ਬਾਲੇ ਨਾਲ ਉੱਥੇ ਉਜਾੜ ਵਿੱਚ ਹੀ ਬੈਠੇ ਰਹੇ। ਇੱਕ ਕਦਮ ਵੀ ਅੱਗੇ ਨਾ ਤੁਰੇ। ਮਰਦਾਨਾ ਜਦ ਤੁਰ ਕੇ ਥੋੜੀ ਦੂਰ ਗਿਆ ਤਾਂ ਉਸ ਨੂੰ ਜੰਗਲ ਦੇ ਰਸਤੇ ਵਿੱਚ ਇੱਕ ਰਾਕਸ਼ ਨੇ ਫੜ ਲਿਆ ਅਤੇ ਆਪਣੇ ਰਹਿਣ ਵਾਲੀ ਥਾਂ ਭਿਆਨਕ ਜੰਗਲ ਵਿੱਚ ਲੈ ਗਿਆ। ਰਾਕਸ਼ ਨੂੰ ਵੇਖ ਕੇ ਉਸ ਦੇ ਕਾਬੂ ਆਇਆ ਹੋਇਆ ਮਰਦਾਨਾ ਥਰ-ਥਰ ਕੰਬਣ ਲੱਗਾ ਅਤੇ ਉਸ ਦਾ ਮੂੰਹ ਡਰ ਨਾਲ ਪੀਲਾ ਹੋ ਗਿਆ। ਇਸ ਦਸ਼ਾ ਵਿੱਚ ਮਰਦਾਨਾ ਗੁਰੂ ਜੀ ਨੂੰ ਯਾਦ ਕਰਨ ਲੱਗਾ ਕਿ ਗੁਰੂ ਜੀ, ਹੁਣ ਮੈਨੂੰ ਇਸ ਵਿਪਤਾ ਤੋਂ ਛੁਡਵਾਓ। ਮੁੜ ਮੈਂ ਤੁਹਾਡੀ ਆਗਿਆ ਕਦੀ ਭੰਗ ਨਹੀਂ ਕਰਾਂਗਾ। ਇੱਧਰ ਮੈਂ ਗੁਰੂ ਜੀ ਨੂੰ ਕਿਹਾ, ਗੁਰੂ ਜੀ, ਅੱਗੇ ਕਿਉਂ ਨਹੀਂ ਚੱਲਦੇ? ਇੱਥੇ ਜੰਗਲ ਵਿੱਚ ਕਿਉਂ ਬੈਠ ਰਹੇ ਹੋ? ਗੁਰੂ ਜੀ ਨੇ ਕਿਹਾ, ਬਾਲਾ, ਅੱਗੇ ਕਿਸ ਤਰ੍ਹਾਂ ਚੱਲੀਏ? ਮਰਦਾਨਾ ਤਾਂ ਇੱਕ ਰਾਖਸ਼ ਨੇ ਫੜਿਆ ਹੋਇਆ ਹੈ ਤੇ ਉਸ ਨੂੰ ਤੇਲ ਦੇ ਕੜਾਹੇ ਵਿੱਚ ਤਲ ਕੇ ਖਾਣ ਦੀ ਤਿਆਰੀ ਕਰ ਰਿਹਾ ਹੈ। ਚੱਲ ਕੇ ਪਹਿਲਾਂ ਉਸ ਦੀ ਬੰਦ ਖਲਾਸ ਕਰਾਈਏ। ਇੱਕ ਤਾਂ ਉਸ ਨੂੰ ਨਾਲ ਲਏ ਦੀ ਸਾਨੂੰ ਲਾਜ ਹੈ, ਦੂਜੇ ਸਾਨੂੰ ਉਸ ਨਾਲ ਹੋਰ ਕੰਮ ਹੈ। ਇਹ ਬਚਨ ਕਰਕੇ ਗੁਰੂ ਜੀ ਉੱਠ ਕੇ ਤੁਰ ਪਏ ਅਤੇ ਮੇਰਾ ਹੱਥ ਫੜ ਕੇ ਯਾਰਾਂ ਕੋਹ ਤੇ ਜਿੱਥੇ ਰਾਕਸ਼ ਮਰਦਾਨੇ ਨੂੰ ਖਾਣ ਦੀ ਤਿਆਰੀ ਕਰ ਰਿਹਾ ਸੀ, ਛਿਨ ਭਰ ਵਿੱਚ ਪਹੁੰਚ ਗਏ। ਕੌਡੇ ਰਾਕਸ਼ ਦਾ ਘਰ ਬੜੇ ਸੰਘਣੇ ਜੰਗਲ ਵਿੱਚ ਸੀ। ਬਿਰਛਾਂ ਦੀ ਆੜ ਵਿੱਚੋਂ ਮਰਦਾਨੇ ਨੂੰ ਵੇਖ ਕੇ ਗੁਰੂ ਜੀ ਨੇ ਹੱਸ ਕੇ ਆਖਿਆ, ਇੱਥੇ ਕਿਉਂ ਬੈਠਾ ਹੈ? ਘਰ ਕਿਉਂ ਨਹੀਂ ਜਾਂਦਾ? ਗੁਰੂ ਜੀ ਦੇ ਬਚਨ ਸੁਣ ਕੇ ਮਰਦਾਨਾ ਸ਼ਰਮਿੰਦਾ ਹੋ ਗਿਆ ਤੇ ਹੱਥ ਜੋੜ ਕੇ ਕਿਹਾ, ਮਹਾਰਾਜ,
ਮੇਰੇ ਪਾਸੋਂ ਭੁੱਲ ਹੋ ਗਈ ਹੈ, ਮੈਨੂੰ ਬਖਸ਼ੋ। ਗੁਰੂ ਜੀ ਨੇ ਮੇਰੇ ਵੱਲ ਵੇਖ ਕੇ ਆਖਿਆ, ਇਹ ਜਿਹੜਾ ਤੇਲ ਦਾ ਕੜਾਹਾ ਬਹੁਤ ਤਪ ਰਿਹਾ ਹੈ, ਇਸ ਵਿੱਚ ਮਰਦਾਨੇ ਨੂੰ ਤਲ ਕੇ ਰਾਖਸ਼ ਖਾਵੇਗਾ। ਮੈਂ ਕਿਹਾ, ਮਹਾਰਾਜ, ਜੇ ਰਾਕਸ਼ ਨੇ ਮਰਦਾਨੇ ਨੂੰ ਤਲ ਕੇ ਖਾ ਲਿਆ ਤਾਂ ਫੇਰ ਜਿਹੇ ਅਸੀਂ ਆਏ ਤਿਹ ਨਾ ਆਏ। ਇਸ ਕਰਕੇ ਛੇਤੀ ਕੋਈ ਵਿਧ ਕਰਕੇ ਮਰਦਾਨੇ ਨੂੰ ਪਹਿਲਾਂ ਹੀ ਛੁਡਾ ਲਵੋ, ਇਸ ਦਾ ਨਾਸ਼ ਨਾ ਹੋ ਜਾਵੇ। ਸਤਿਗੁਰੂ ਜੀ ਨੇ ਕਿਹਾ, ਬਾਲਾ, ਤੂੰ ਤਮਾਸ਼ਾ ਵੇਖ ਕਰਤਾਰ ਕਿਵੇਂ ਕਰਦਾ ਹੈ। ਗੁਰੂ ਜੀ ਬਿਰਛਾਂ ਦੇ ਓਹਲੇ ਲੁਕੇ ਹੋਏ ਸਨ। ਮਰਦਾਨਾ ਆਪ ਜੀ ਨੂੰ ਵੇਖ ਰਿਹਾ ਸੀ, ਪਰ ਰਾਕਸ਼ ਨੂੰ ਦਿਖਾਈ ਨਹੀਂ ਦਿੰਦੇ ਸਨ। ਜਦ ਤੇਲ ਦਾ ਕੜਾਹਾ ਅੱਗ ਵਾਂਗੂ ਤਪ ਗਿਆ ਤਾਂ ਰਾਕਸ਼ ਮਰਦਾਨੇ ਨੂੰ ਫੜ ਕੇ ਤੇਲ ਵਿੱਚ ਸੁੱਟਣ ਲੱਗਾ, ਤਾਂ ਮਰਦਾਨੇ ਨੇ ਵਿਆਕੁਲ ਹੋ ਕੇ ਗੁਰੂ ਜੀ ਦਾ ਨਾਮ ਲੈ ਕੇ ਰੱਖ ਲਵੋ ਆਖਿਆ। ਮਰਦਾਨੇ ਦੇ ਇਹ ਸ਼ਬਦ ਕਹਿੰਦਿਆਂ ਜਦ ਰਾਕਸ਼ ਨੇ ਉਸ ਨੂੰ ਤਪਦੇ ਤੇਲ ਵਿੱਚ ਸੁੱਟ ਦਿੱਤਾ ਤਾਂ ਮਰਦਾਨੇ ਦੇ ਸਰੀਰ ਲੱਗਣ ਨਾਲ ਹੀ ਸਿਆਲੇ ਦੇ ਪਾਣੀ ਵਾਂਗੂ ਤੇਲ ਠੰਡਾ ਹੋ ਗਿਆ। ਇਹ ਕੌਤਕ ਵੇਖ ਕੇ ਕੌਡਾ ਬੜਾ ਹੈਰਾਨ ਹੋ ਗਿਆ, ਅਤੇ ਜਦ ਉਸ ਨੇ ਆਪਣੀ ਹੈਰਾਨਗੀ ਦੇ ਕਾਰਨ ਇੱਧਰ ਉੱਧਰ ਵੇਖਿਆ ਤਾਂ ਗੁਰੂ ਜੀ ਨੇ ਸਾਹਮਣੇ ਹੋ ਕੇ ਉਸ ਨੂੰ ਦਿਖਾਈ ਦੇ ਦਿੱਤੀ। ਗੁਰੂ ਜੀ ਨੂੰ ਵੇਖਦੇ ਸਾਰ ਹੀ ਕੌਡੇ ਨੇ ਆਖਿਆ, ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ, ਜਿਸ ਨੇ ਮੇਰਾ ਤਪਦਾ ਕੜਾਹਾ ਠੰਡਾ ਕਰ ਦਿੱਤਾ ਹੈ। ਗੁਰੂ ਜੀ ਨੇ ਕਿਹਾ, ਕੌਡਾ, ਤੂੰ ਦੇਰੀ ਕਿਉਂ ਕਰਦਾ ਹੈ? ਤੂੰ ਇਸ ਨੂੰ ਖਾਣਾ ਕਰ, ਇਹ ਤੇਰਾ ਭੋਜਨ ਹੈ, ਬਿਨ ਤਲੇ ਹੀ ਖਾ ਲੈ। ਕੌਡੇ ਨੇ ਹੈਰਾਨ ਹੋ ਕੇ ਪੁੱਛਿਆ, ਤੁਸੀਂ ਮੇਰਾ ਨਾਮ ਕਿਸ ਤਰ੍ਹਾਂ ਜਾਣਦੇ ਹੋ? ਮੈਂ ਤਾਂ ਤੁਹਾਨੂੰ ਅੱਜ ਪਹਿਲੀ ਵਾਰ ਹੀ ਵੇਖਿਆ ਹੈ। ਇਹ ਗੱਲ ਕਰਨ ਦੇ ਨਾਲ ਹੀ ਕੌਡੇ ਨੂੰ ਗੁਰੂ ਜੀ ਦੇ ਦਰਸ਼ਨ ਦਾ ਸਦਕਾ ਪਹਿਲਾ ਗਿਆਨ ਹੋ ਗਿਆ, ਅਤੇ ਉਹ ਕੁਟੀਆ ਵਿੱਚੋਂ ਆਪਣਾ ਇੱਕ ਸ਼ੀਸ਼ਾ ਲੈ ਆਇਆ। ਗੁਰੂ ਜੀ ਦੇ ਅੱਗੇ ਰੱਖ ਕੇ ਆਪ ਉਸ ਵਿੱਚੋਂ ਆਪ ਜੀ ਦੇ ਚਿਹਰੇ ਦਾ ਅਕਸ ਵੇਖ ਕੇ ਤਤਛਿਨ ਹੀ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਖੜਾ ਹੋ ਗਿਆ। ਗੁਰੂ ਜੀ ਨੇ ਆਖਿਆ ਕਿ ਇਹ ਤੇਰਾ ਕੀ ਮਨੋਰਥ ਹੈ, ਸਾਨੂੰ ਦੱਸ। ਕੌਡੇ ਨੇ ਕਿਹਾ, ਪਹਿਲਾਂ ਮੈਨੂੰ ਆਗਿਆ ਦਿਓ ਕਿ ਤੁਹਾਡੇ ਭੇਟ ਕਰਨ ਵਾਸਤੇ ਕੁਝ ਮਿੱਠੇ ਫਲ ਲੈ ਆਵਾਂ, ਫੇਰ ਮੈਂ ਆਪਣੀ ਕਹਾਣੀ ਤੁਹਾਨੂੰ ਸੁਣਾਵਾਂਗਾ। ਇਹ ਆਖ ਕੇ ਕੌਡੇ ਨੇ ਜੰਗਲ ਵਿੱਚੋਂ ਮਿੱਠੇ ਫਲ ਚੁਣ ਕੇ ਗੁਰੂ ਜੀ ਦੇ ਅੱਗੇ ਆਣ ਰੱਖੇ। ਗੁਰੂ ਜੀ ਨੇ ਹੱਸ ਕੇ ਕਿਹਾ, ਇਹ ਫਲ ਮਰਦਾਨੇ ਅੱਗੇ ਰੱਖ ਅਤੇ ਉਸ ਨੂੰ ਹੀ ਆਪਣਾ ਗੁਰੂ ਮੰਨ। ਕੌਡੇ ਨੇ ਕਿਹਾ, ਇਹ ਹੁਣ ਮੇਰੇ ਸਿਰ ਦਾ ਤਾਜ ਹੈ, ਜਿਸ ਦੇ ਮਿਲਣ ਨਾਲ ਮੈਨੂੰ ਬਹੁਤ ਆਨੰਦ ਹੋਇਆ। ਮਰਦਾਨੇ ਨੇ ਖੁਸ਼ ਹੋ ਕੇ ਕਿਹਾ, ਮਹਾਰਾਜ, ਮੈਨੂੰ ਬਖਸ਼ੋ, ਮੇਰੇ ਤੋਂ ਬਹੁਤ ਭਾਰੀ ਭੁੱਲ ਹੋਈ ਹੈ ਜੋ ਮੈਂ ਤੁਹਾਡਾ ਹੁਕਮ ਮੋੜਿਆ ਸੀ। ਹੁਣ ਮੈਨੂੰ ਸਦਾ ਆਪਣੇ ਨਾਲ ਹੀ ਰੱਖਣਾ। ਗੁਰੂ ਜੀ ਨੇ ਕਿਹਾ, ਮਰਦਾਨਾ, ਤੈਨੂੰ ਭੁੱਖ ਲੱਗੀ ਹੈ, ਰੱਜ ਕੇ ਫਲ ਖਾ ਲੈ। ਤਦ ਮੈਂ ਬਾਲੇ ਆਗਿਆ ਪਾ ਕੇ ਚੰਗੇ ਚੰਗੇ ਫਲ ਚੁੱਕ ਕੇ ਪਹਿਲਾਂ ਗੁਰੂ ਜੀ ਅੱਗੇ ਰੱਖੇ, ਫਿਰ ਕੁਝ ਮਰਦਾਨੇ ਨੂੰ ਦਿੱਤੇ ਅਤੇ ਪਿੱਛੋਂ ਕੁਝ ਆਪ ਵੀ ਮੈਂ ਲੈ ਲਏ। ਗੁਰੂ ਜੀ ਨੇ ਆਪਣੇ ਅੱਗੋਂ ਚੁੱਕ ਕੇ ਕੁਝ ਫਲ ਕੌਡੇ ਨੂੰ ਦਿੱਤੇ, ਜਿਸ ਦੇ ਖਾਣ ਨਾਲ ਉਹ ਤਤਛਿਨ ਹੀ ਦੇਵਤਾ ਰੂਪ ਹੋ ਕੇ ਗੁਰੂ ਜੀ ਦੀ ਉਸਤਤੀ ਕਰਨ ਲੱਗ ਪਿਆ। ਬੜੀ ਸ਼ਰਧਾ ਨਾਲ ਉਸਤਤੀ ਕਰਕੇ ਆਪਣਾ ਹਾਲ ਇਸ ਤਰ੍ਹਾਂ ਸੁਣਾਇਆ, ਮਹਾਰਾਜ ਜੀ, ਤੁਸੀਂ ਅੰਤਰਜਾਮੀ ਸਭ ਕੁਝ ਜਾਣਦੇ ਹੋ, ਪਰ ਤੁਹਾਡੀ ਆਗਿਆ ਮੰਨ ਕੇ ਮੈਂ ਆਪਣਾ ਹਾਲ ਦੱਸਦਾ ਹਾਂ। ਪਹਿਲੇ ਜਨਮ ਵਿੱਚ ਮੈਂ ਬ੍ਰਾਹਮਣ ਸਾਂ। ਵਿਦਿਆ ਪੜ੍ਹ ਕੇ ਮੈਨੂੰ ਬੜਾ ਅਭਿਮਾਨ ਹੋ ਗਿਆ। ਇੱਕ ਦਿਨ ਮੇਰੇ ਤਤਵੇਤਾ ਗੁਰੂ ਸੁਭਾਵਕ ਹੀ ਮੇਰੇ ਘਰ ਆ ਗਏ। ਮੈਂ ਅੱਗੋਂ ਉੱਠ ਕੇ ਉਹਨਾਂ ਦਾ ਸਤਿਕਾਰ ਨਾ ਕੀਤਾ। ਉਹਨਾਂ ਨੇ ਮੇਰੀ ਅਵਗਿਆ ਵੇਖ ਕੇ ਕ੍ਰੋਧ ਨਾਲ ਮੈਨੂੰ ਸਰਾਪ ਦੇ ਦਿੱਤਾ। ਕਿਹਾ ਕਿ ਤੂੰ ਰਾਕਸ਼ ਸਰੀਰ ਧਾਰਨ ਕਰਕੇ ਖੋਟੇ ਕਰਮ ਕਰੇਂਗਾ। ਉਹਨਾਂ ਦਾ ਸਰਾਪ ਸੁਣ ਕੇ ਮੈਂ ਬੜਾ ਡਰ ਗਿਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਗੁਰੂ ਜੀ, ਮੇਰੇ ਅਪਰਾਧ ਦਾ ਮੈਨੂੰ ਦੰਡ ਰਾਖਸ਼ ਦੇਹੀ ਧਾਰਨ ਦਾ ਮਿਲਿਆ ਹੈ, ਇਸ ਤੋਂ ਮੇਰਾ ਛੁਟਕਾਰਾ ਕਦੋਂ ਹੋਵੇਗਾ? ਗੁਰੂ ਜੀ ਨੇ ਪ੍ਰਸੰਨ ਹੋ ਕੇ ਆਖਿਆ ਕਿ ਜਦੋਂ ਨਿਰੰਕਾਰ ਅਵਤਾਰ ਧਾਰ ਕੇ ਸੰਸਾਰ ਵਿੱਚ ਆਵੇਗਾ, ਉਹਨਾਂ ਦੇ ਦਰਸ਼ਨ ਕਰਕੇ ਤੇਰਾ ਪਾਰ ਉਤਾਰਾ ਹੋਵੇਗਾ। ਮੈਂ ਬੇਨਤੀ ਕੀਤੀ ਕਿ ਗੁਰੂ ਜੀ, ਮੈਂ ਉਹਨਾਂ ਨੂੰ ਕਿਸ ਤਰ੍ਹਾਂ ਪਛਾਣਾਂਗਾ? ਕਿਰਪਾ ਕਰਕੇ ਮੈਨੂੰ ਇਹ ਗੱਲ ਸਮਝਾਓ। ਫਿਰ ਮੇਰੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਇਹ ਸ਼ੀਸ਼ਾ ਦਿੱਤਾ ਅਤੇ ਸਮਝਾਇਆ ਕਿ ਇਸ ਵਿੱਚੋਂ ਜਿਸ ਦਾ ਚਿਹਰਾ ਮਨੁੱਖ ਰੂਪ ਹੀ ਦਿਸੇ, ਉਸ ਨੂੰ ਸਮਝ ਲਵੀਂ ਕਿ ਉਹ ਨਿਰੰਕਾਰ ਦਾ ਅਵਤਾਰ ਹੈ। ਉਸ ਤੋਂ ਤੇਰਾ ਉਧਾਰ ਹੋਵੇਗਾ। ਮੈਂ ਇਹ ਸ਼ੀਸ਼ਾ ਗੁਰੂ ਤੋਂ ਲੈ ਕੇ ਇਸ ਜੰਗਲ ਵਿੱਚ ਆਣ ਕੇ ਇੱਥੇ ਡੇਰਾ ਕਰ ਲਿਆ। ਅਨੇਕਾਂ ਹੀ ਮਨੁੱਖ ਫੜ ਕੇ ਉਹਨਾਂ ਦੇ ਚਿਹਰੇ ਮੈਂ ਸ਼ੀਸ਼ੇ ਵਿੱਚੋਂ ਵੇਖਦਾ ਰਿਹਾ ਹਾਂ, ਪਰ ਮੈਨੂੰ ਸੂਰ, ਕੁੱਤੇ, ਖੋਤੇ, ਪੰਛੀ ਅਤੇ ਸ਼ੇਰ ਆਦਿਕ ਦੇ ਮੂੰਹ ਹੀ ਇਸ ਵਿੱਚੋਂ ਦਿਸਦੇ ਰਹੇ ਹਨ। ਅੱਜ ਇੱਕ ਤੁਹਾਡਾ ਹੀ ਚਿਹਰਾ ਮਨੁੱਖ ਦਾ ਦਿਸਿਆ ਹੈ ਅਤੇ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਹੁਣ ਮੇਰਾ ਸਰਾਪ ਕੱਟਿਆ ਗਿਆ ਹੈ। ਮੈਨੂੰ ਆਗਿਆ ਦਿਓ, ਮੈਂ ਬ੍ਰਹਮ ਲੋਕ ਨੂੰ ਜਾਵਾਂ। ਇਹ ਬੇਨਤੀ ਕਰਕੇ ਕੌਡੇ ਨੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ
ਅਤੇ ਦੇਵ ਸਰੂਪ ਧਾਰ ਕੇ ਬ੍ਰਹਮ ਲੋਕ ਨੂੰ ਚਲਿਆ ਗਿਆ। ਇਸ ਕੌਤਕ ਨੂੰ ਵੇਖ ਕੇ ਮਰਦਾਨੇ ਨੇ ਕਿਹਾ, ਮਹਾਰਾਜ, ਇਹ ਸ਼ੀਸ਼ਾ ਬੜਾ ਅਜੀਬ ਹੈ, ਇਸ ਨੂੰ ਲੈ ਚੱਲੋ, ਆਪਣੇ ਪਾਸ ਰੱਖਾਂਗੇ ਅਤੇ ਭਲੇ ਬੁਰੇ ਦੀ ਪਛਾਣ ਕਰਿਆ ਕਰਾਂਗੇ। ਪਰ ਗੁਰੂ ਜੀ ਨੇ ਕਿਹਾ, ਮਰਦਾਨਾ, ਇਸ ਸ਼ੀਸ਼ੇ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ, ਕਿਉਂਕਿ ਜਿਸ ਪਾਸ ਵਿਚਾਰ ਰੂਪੀ ਸ਼ੀਸ਼ਾ ਹੁੰਦਾ ਹੈ, ਉਸ ਨੂੰ ਆਪਣੇ ਆਤਮਾ ਦਾ ਪ੍ਰਕਾਸ਼ ਹੁੰਦਾ ਹੈ, ਜਿਸ ਨਾਲ ਹਰ ਇੱਕ ਮਨੁੱਖ ਦੀ ਅੰਦਰਲੀ ਮਾਨਸਿਕ ਅਵਸਥਾ ਅਨੁਸਾਰ ਉਸ ਦਾ ਚਿਹਰਾ ਦਿਸ ਪੈਂਦਾ ਹੈ। ਸਾਲਸਰਾਏ ਜੋਹਰੀ। ਭਰਥਰੀ ਅਤੇ ਕੌਡੇ ਰਾਖਸ਼ ਦਾ ਪ੍ਰਸੰਗ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਮਾਧੀ ਲੱਗ ਗਈ। ਆਪ ਜੀ ਦੀ ਇਸ ਦਸ਼ਾ ਨੂੰ ਵੇਖ ਕੇ ਸਰੋਤਾ ਜਨ ਅਤੇ ਕਥਨ ਕਰਨ ਵਾਲਾ ਵੀ ਆਪਣੇ ਘਰਾਂ ਨੂੰ ਚਲਿਆ ਗਿਆ। 27 ਪਹਿਰ ਬੀਤ ਗਏ, ਪਰ ਗੁਰੂ ਜੀ ਦੀ ਸਮਾਧੀ ਨਾ ਖੁੱਲੀ। ਡਰ ਦਾ ਕੋਈ ਸਿੱਖ ਸਖਾ ਆਪ ਜੀ ਨੂੰ ਬੁਲਾਵੇ ਨਹੀਂ। ਉਪਰੰਤ ਜਦ ਆਪ ਜੀ ਦੀ ਸਮਾਧੀ ਖੁੱਲੀ ਤਾਂ ਆਪ ਜੀ ਨੇ ਇਸ਼ਨਾਨ ਕਰਕੇ ਫੇਰ ਕਥਾ ਸੁਣਨ ਲਈ ਸਭਾ ਬੁਲਾਈ। ਸਰੋਤਾ ਜਨ ਅਤੇ ਕਥਾ ਸੁਣਾਉਣ ਵਾਲਾ ਭਾਈ ਬਾਲਾ ਆਣ ਕੇ ਆਪੋ ਆਪਣੀਆਂ ਥਾਵਾਂ ਤੇ ਬੈਠ ਗਏ। ਭਾਈ ਬਾਲੇ ਨੇ ਕਿਹਾ, ਹੇ ਸਤਿਗੁਰੂ ਜੀ, ਗੁਰੂ ਨਾਨਕ ਜੀ ਰਾਕਸ਼ ਦਾ ਉਧਾਰ ਕਰਕੇ ਇੱਕ ਸੰਘਣੇ ਜੰਗਲ ਵਿੱਚ ਆ ਗਏ, ਜਿਸ ਦੇ ਲਾਗੇ ਚਾਗੇ ਕੋਈ ਪਿੰਡ ਨਹੀਂ ਸੀ। ਮਰਦਾਨੇ ਨੇ ਕਿਹਾ, ਮੈਨੂੰ ਭੁੱਖ ਨੇ ਬਹੁਤ ਸਤਾਇਆ ਹੈ, ਮੈਂ ਇੱਕ ਪੈਰ ਅੱਗੇ ਨਹੀਂ ਚੱਲ ਸਕਦਾ। ਗੁਰੂ ਜੀ ਨੇ ਕਿਹਾ, ਮਰਦਾਨਿਆ, 3 ਕੋਹਾਂ ਤੇ ਇੱਕ ਨਗਰ ਹੈ, ਉੱਥੇ ਚੱਲ ਕੇ ਜੋ ਜੀ ਕਰੇ ਉਹ ਖਾ ਲਵੀਂ। ਮਰਦਾਨੇ ਨੇ ਕਿਹਾ, ਗੁਰੂ ਜੀ, ਜੇ ਨਗਰ ਵੀ ਆ ਗਿਆ ਤਾਂ ਕੇਸ ਕੰਮ, ਸਾਡੇ ਪੱਲੇ ਕਿਹੜੀਆਂ ਰੋਕੜਾਂ ਬੱਧੀਆਂ ਹੋਈਆਂ ਹਨ ਜੋ ਖਰਚ ਕੇ ਕੁਝ ਖਰੀਦ ਲਵਾਂਗੇ। ਤਦ ਗੁਰੂ ਜੀ ਨੇ ਆਪਣੇ ਪੈਰ ਨਾਲ ਰੇਤ ਨੂੰ ਫਰੋਲਿਆ ਤਾਂ ਉਸ ਵਿੱਚੋਂ ਇੱਕ ਅਸਚਰਜ ਲਾਲ ਨਿਕਲ ਆਇਆ, ਜਿਸ ਨੂੰ ਵੇਖ ਕੇ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ, ਇਸ ਨੂੰ ਫੜ ਕੇ ਪੱਲੇ ਬੰਨ੍ਹ ਲੈ, ਜੋ ਲੈਣਾ ਹੋਵੇਗਾ ਲੈ ਲਵੀਂ। ਮਰਦਾਨੇ ਨੇ ਕਿਹਾ, ਮਹਾਰਾਜ, ਇਹ ਪੱਥਰ ਮੇਰੇ ਕੇਸ ਕੰਮ ਹੈ, ਇਸ ਨਾਲ ਕੋਈ ਭੁੱਖ ਹਟ ਜਾਏਗੀ। ਗੁਰੂ ਜੀ ਨੇ ਕਿਹਾ, ਇਹ ਸ਼ਹਿਰ ਵਿੱਚ ਜਾ ਕੇ ਇਸ ਦਾ ਮੁੱਲ ਪਵਾ ਲਵੀਂ, ਇਸ ਨੂੰ ਵੇਚ ਕੇ ਉਹਨਾਂ ਪੈਸਿਆਂ ਦਾ ਕੁਝ ਖਾਣ ਵਾਸਤੇ ਲੈ ਲਵੀਂ। ਇਸ ਤਰ੍ਹਾਂ ਮਰਦਾਨੇ ਨਾਲ ਗੱਲਾਂ ਬਾਤਾਂ ਕਰਕੇ ਬਿਸੰਬਰਪੁਰ ਨਗਰ ਦੇ ਨੇੜੇ ਪਹੁੰਚ ਗਏ। ਆਪ ਇੱਕ ਬ੍ਰਿਛ ਹੇਠਾਂ ਬੈਠ ਗਏ ਤੇ ਮਰਦਾਨੇ ਨੂੰ ਕਿਹਾ, ਇਸ ਲਾਲ ਨੂੰ ਸ਼ਹਿਰ ਵਿੱਚ ਕਿਸੇ ਜੌਹਰੀ ਪਾਸ ਲੈ ਜਾ ਤੇ ਵੇਚ ਕੇ ਮਨ ਭਾਉਂਦੇ ਪਦਾਰਥ ਰੱਜ ਕੇ ਖਾ ਲਵੇਂ। ਜਦ ਮਰਦਾਨੇ ਨੇ ਸ਼ਹਿਰ ਵਿੱਚ ਜਾ ਕੇ ਇੱਕ ਜੌਹਰੀ ਨੂੰ ਵਿਖਾਇਆ ਤਾਂ ਉਸ ਨੇ ਉਸ ਲਾਲ ਦਾ 3 ਪੈਸੇ ਮੁੱਲ ਦੱਸਿਆ। ਮੁੱਲ ਸੁਣ ਕੇ ਮਰਦਾਨੇ ਨੇ ਕਿਹਾ, ਅੱਛਾ, ਮੈਂ ਆਪਣੇ ਸਾਥੀ ਨੂੰ ਪੁੱਛ ਆਵਾਂ। ਜਦ ਮਰਦਾਨੇ ਗੁਰੂ ਜੀ ਨੂੰ ਇਹ ਮੁੱਲ ਦੱਸਿਆ ਤਾਂ ਗੁਰੂ ਜੀ ਨੇ ਕਿਹਾ, ਤੂੰ ਸਾਲਸਰਾਏ ਜੌਹਰੀ ਪਾਸ ਜਾ ਤੇ ਇਸ ਨੂੰ ਵੇਚ। ਮਰਦਾਨਾ ਫਿਰ ਸ਼ਹਿਰ ਵਿੱਚ ਗਿਆ ਅਤੇ ਸਾਲਸਰਾਏ ਦੀ ਹੱਟੀ ਪੁੱਛ ਕੇ ਉਸ ਨੂੰ ਲਾਲ ਵਿਖਾਇਆ ਅਤੇ ਕਿਹਾ, ਇਸ ਨੂੰ ਵੇਚਣਾ ਹੈ। ਸਾਲਸਰਾਏ ਨੇ ਵੇਖ ਕੇ 100 ਰੁਪਇਆ ਮਰਦਾਨੇ ਨੂੰ ਦਿੱਤਾ ਅਤੇ ਆਖਿਆ ਕਿ ਆਪਣੇ ਸਾਥੀ ਪਾਸੋਂ ਇਸ ਦਾ ਮੁੱਲ ਪੁੱਛ ਆਓ। 100 ਰੁਪਇਆ ਲੈ ਕੇ ਮਰਦਾਨਾ ਖੁਸ਼ੀ ਖੁਸ਼ੀ ਗੁਰੂ ਜੀ ਪਾਸ ਆਇਆ ਅਤੇ ਸਾਰੀ ਗੱਲ ਦੱਸੀ ਕਿ ਜੌਹਰੀ ਨੇ ਲਾਲ ਵੀ ਮੈਨੂੰ ਦੇ ਦਿੱਤਾ ਹੈ ਤੇ ਨਾਲ 100 ਰੁਪਇਆ ਵੀ। ਗੁਰੂ ਜੀ ਨੇ ਕਿਹਾ, ਮਰਦਾਨਾ, ਸ਼ਾਹ ਨੂੰ ਪੁੱਛ ਕਿ 100 ਰੁਪਇਆ ਕੈਸਾ ਹੈ। ਮਰਦਾਨੇ ਜਦ ਜਾ ਕੇ ਜੌਹਰੀ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਇਸ ਲਾਲ ਉੱਤੇ ਲਿਖਿਆ ਹੋਇਆ ਹੈ ਕਿ ਜਿਹੜਾ ਇਸ ਨੂੰ ਵੇਖ ਉਹ 100 ਰੁਪਇਆ ਦਰਸ਼ਨ ਭੇਟਾ ਦੇਵੇ। ਮਰਦਾਨੇ ਨੇ ਇਹੀ ਗੱਲ ਗੁਰੂ ਜੀ ਨੂੰ ਜਾ ਦੱਸੀ ਤਾਂ ਗੁਰੂ ਜੀ ਨੇ ਕਿਹਾ, ਮਰਦਾਨਾ, ਇਹ ਰੁਪਏ ਸ਼ਾਹ ਨੂੰ ਵਾਪਸ ਕਰ ਆ, ਅਸਾਂ ਨਹੀਂ ਰੱਖਣੇ। ਪਰ ਜਦ ਮਰਦਾਨੇ ਨੇ ਸ਼ਾਹ ਨੂੰ ਜਾ ਕੇ ਰੁਪਏ ਵਾਪਸ ਕੀਤੇ ਤਾਂ ਉਹ ਵਾਪਸ ਰੁਪਏ ਨਾ ਲਵੇ। ਉਸਨੇ ਕਿਹਾ, ਮੈਂ ਇਸ ਦੀ ਦਰਸ਼ਨ ਭੇਟਾ ਵਾਪਸ ਲੈ ਕੇ ਆਪਣਾ ਧਰਮ ਨਹੀਂ ਹਾਰਨਾ। ਮਰਦਾਨੇ ਨੇ ਵਾਪਸ ਆਣ ਕੇ ਗੁਰੂ ਜੀ ਨੂੰ ਇਹ ਗੱਲ ਦੱਸੀ ਤਾਂ ਗੁਰੂ ਜੀ ਨੇ ਕਿਹਾ, ਅਸਾਂ ਮੁਫਤ ਦੇ ਪੈਸੇ ਨਹੀਂ ਰੱਖਣੇ, ਵਾਪਸ ਕਰ ਆ। ਇਸ ਤਰ੍ਹਾਂ ਮਰਦਾਨੇ ਨੇ 7 ਫੇਰੇ ਪਾਏ। ਗੁਰੂ ਜੀ ਰੁਪਏ ਰੱਖਣ ਨਹੀਂ, ਜੌਹਰੀ ਵਾਪਸ ਨਾ ਲਵੇ। ਮਰਦਾਨਾ ਬੜਾ ਅੱਕ ਥੱਕ ਗਿਆ। ਸ਼ਾਹ ਨੇ ਵਿਚਾਰਿਆ, ਇਹ ਕੋਈ ਨੇਕ ਪੁਰਸ਼ ਹੋਵੇਗਾ ਜਿਸ ਪਾਸ ਇਹ ਕੀਮਤੀ ਲਾਲ ਹੈ ਤੇ ਧਨ ਦਾ ਕੋਈ ਲਾਲਚ ਨਹੀਂ ਹੈ, ਉਸ ਦੇ ਦਰਸ਼ਨ ਕਰਨੇ ਚਾਹੀਦੇ ਹਨ। ਇਹ ਸੋਚ ਕੇ ਸ਼ਾਹ ਮਿੱਠੇ ਭੋਜਨਾਂ ਦਾ ਥਾਲ ਪਰੋਸ ਕੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਇਆ। ਬੇਨਤੀ ਕਰਕੇ ਕਿਹਾ ਕਿ ਮਹਾਤਮਾ ਜੀ, ਇਹ 100 ਰੁਪਇਆ ਤੁਹਾਡਾ ਹੈ, ਇਹ ਰੱਖ ਲਵੋ ਤੇ ਸਾਡਾ ਪ੍ਰਣ ਰੱਖ ਲਵੋ। ਪਰ ਗੁਰੂ ਜੀ ਨੇ ਕਿਹਾ, ਲਾਲ ਨੂੰ ਵੇਚੇ ਤੋਂ ਬਿਨਾਂ ਅਸੀਂ ਇਸ ਧਨ ਨੂੰ ਹੱਥ ਨਹੀਂ ਲਾ ਸਕਦੇ, ਤੂੰ ਆਪਣਾ ਧਨ ਆਪਣੇ ਪਾਸ ਰੱਖ। ਗੁਰੂ ਜੀ ਦੇ ਬਚਨ ਸੁਣ ਕੇ ਅਤੇ ਦਰਸ਼ਨ ਕਰਕੇ ਜੌਹਰੀ ਸ਼ਾਹ ਦਾ ਮਨ ਨਿਰਮਲ ਹੋ ਗਿਆ ਤੇ ਭਰਮ ਮਿਟ ਗਿਆ। ਆਪ ਜੀ ਨੂੰ ਪੂਰਨ ਸੰਤ ਸਮਝ ਕੇ ਕਹਿਣ ਲੱਗਾ, ਮਹਾਰਾਜ ਜੀ, ਇਹ ਅਦਭੁਤ ਲਾਲ ਮੈਂ ਤੁਹਾਡੀ ਕਿਰਪਾ ਨਾਲ ਹੀ ਵੇਖਿਆ ਹੈ। ਤੁਸੀਂ ਲਾਲਾਂ ਦੇ ਵੀ ਲਾਲ ਹੋ।
ਜਿਨ੍ਹਾਂ ਦੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ ਹਾਂ। ਜੌਹਰੀ ਸ਼ਾਹ ਨੂੰ ਉਪਦੇਸ਼ ਦੇਣ ਵਾਸਤੇ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ਬਿਲਾਵਲ ਮਹੱਲਾ ਪਹਿਲਾ। ਲਾਲੋ ਲਾਲ ਉਪਾਇਆ, ਲਾਲੋ ਲਾਲ ਦਿਸਨ, ਜਿਨ੍ਹਾਂ ਲਾਲੀ ਨੇਤਰ ਮਹਿ ਦੂਜਾ ਨਾ ਜਾਣਨ। ਸੁਣ ਸਾਲਸ ਤੂੰ ਜਵਾਹਰੀ, ਆਪਣਾ ਲਾਲ ਪਛਾਣ, ਕੂੜੇ ਨਾਲ ਨਾ ਤੂੰ ਗੰਢ ਬਨ, ਲੀਜੇ ਭਲੇ ਸਿਜਾਣ। ਕੰਕਰ ਪੱਥਰ ਮੇਲ ਕੈ, ਨਾਉ ਸਦਾਇਓ ਸ਼ਾਹ, ਬਿਨ ਸਤਿਗੁਰ ਪੂਰੇ ਅੰਧ ਹੈ, ਮੂਲ ਨਾ ਬੂਝੇ ਰਾਹ। ਮੇਰਾ ਮੇਰਾ ਕਰ ਸੰਜਿਓ, ਰਾਤੀ ਅਤੇ ਡੇਹ, ਕਾਈ ਸਾਖ ਨਾ ਉਪਜੀਆਂ, ਕਲਰ ਉਠਾ ਮੇਹ। ਸੁਣ ਸਾਲਸ ਇਹ ਬੇਨਤੀ, ਕਿ ਕਰਮ ਪ੍ਰਾਪਤ ਹੋਏ, ਨਾਨਕ ਏਕ ਅਰਾਧੀਏ, ਦੁਖ ਨਾ ਲਾਗੇ ਕੋਏ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹੈ। ਅਰਥਾਤ ਜਿਹੜੇ ਲਾਲਾਂ ਨੂੰ ਇਕੱਠੇ ਕਰਕੇ ਆਪਣੇ ਪਾਸ ਰੱਖਦੇ ਹਨ, ਉਹਨਾਂ ਦਾ ਕੋਈ ਕੰਮ ਇਹਨਾਂ ਤੋਂ ਨਹੀਂ ਸੌਰਦਾ। ਨਾ ਇਹ ਲਾਲ ਖਾਣ ਪੀਣ ਦੇ ਕੰਮ ਆਉਂਦੇ ਹਨ, ਨਾ ਇਹ ਕੱਪੜੇ ਦਾ ਕੰਮ ਦਿੰਦੇ ਹਨ। ਇਹ ਕੀਮਤੀ ਪੱਥਰ ਸਮਝ ਕੇ ਇਹਨਾਂ ਨੂੰ ਪਾਸ ਰੱਖ ਕੇ ਹੰਕਾਰ ਕਰਦੇ ਹਨ ਤੇ ਸ਼ਾਹ ਅਖਵਾਉਂਦੇ ਹਨ। ਪਰਮੇਸ਼ਰ ਦਾ ਨਾਮ ਅਸਲੀ ਸੁੱਚਾ ਲਾਲ ਹੈ। ਜਿਸ ਨੂੰ ਉਹ ਮਿਲ ਜਾਵੇ, ਉਹ ਨਿਹਾਲ ਹੋ ਜਾਂਦਾ ਹੈ। ਤੂੰ ਆਪਣੇ ਅਮੋਲਕ ਲਾਲ ਆਤਮਾ ਨੂੰ ਨਹੀਂ ਜਾਣਿਆ ਤੇ ਇਸ ਨੂੰ ਭੁੱਲ ਕੇ ਕਸ਼ਟ ਪਾ ਰਿਹਾ ਹੈ। ਸਾਲਸ ਨੇ ਕਿਹਾ, ਸੰਤ ਜੀ ਤੁਸੀਂ ਕੌਣ ਹੋ? ਤੁਹਾਡਾ ਦੇਸ਼ ਕਿਹੜਾ ਹੈ ਅਤੇ ਹੁਣ ਕਿੱਥੇ ਜਾ ਰਹੇ ਹੋ? ਮੈਂ ਸਾਰੇ 6 ਦਰਸ਼ਨ ਸਾਧੂਆਂ ਦੇ ਵੇਖੇ ਹਨ, ਪਰ ਤੁਹਾਡਾ ਭੇਸ ਕਿਸੇ ਨਾਲ ਵੀ ਨਹੀਂ ਮਿਲਦਾ। ਗੁਰੂ ਜੀ ਨੇ ਕਿਹਾ, ਸਾਡਾ ਦੇਸ਼ ਇੱਕ ਹੰਕਾਰ ਹੈ ਅਤੇ ਸਰੀਰ ਦਾ ਸਾਡਾ ਭੇਸ ਵੀ ਉਸਦਾ ਹੀ ਹੈ। ਸਾਲਸ ਰਾਏ ਨੇ ਇਹ ਉੱਤਰ ਸੁਣ ਕੇ ਕਿਹਾ, ਜੇਕਰ ਆਪ ਜੀ ਦੇ ਇੱਕ ਹੰਕਾਰ ਵੇਖਿਆ ਹੈ ਤਾਂ ਉਸ ਦੇ ਦਰਸ਼ਨ ਕਰਾ ਕੇ ਮੇਰਾ ਭਰਮ ਦੂਰ ਕਰੋ। ਮੈਂ ਆਪ ਜੀ ਦੀ ਸ਼ਰਨ ਆਇਆ ਹਾਂ। ਉਸ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ਮਾਰੂ ਮਹੱਲਾ ਪਹਿਲਾ। ਬਿਮਲ ਮਜਾਰ ਬਸਸ, ਨਿਰਮਲ ਜਲ ਪਦਮਨ ਜਾਵਲ ਰੇ, ਪਦਮਨੇ ਜਾਵਲ ਜਲ, ਰਸ ਸੰਗਤ ਸੰਗ ਦੋਖ ਰਹੀ ਰੇ। ਦਾਦੁਰ ਤੂੰ ਕਭੇ ਨਾ ਜਾਨਸ ਰੇ, ਪਖਸ ਸਿਬਾਲ ਬਖਸ ਨਿਰਮਲ ਜਲ, ਅੰਮ੍ਰਿਤ ਨਾ ਦਖਸ ਰੇ। ਰਹਾਉ ਬਸ ਜਲ ਨਿਤ ਨਾ ਵਸਤ ਅਲੀਅਲ, ਮੇਰਾ ਚਚਾ ਗੁਣ ਰੇ, ਚੰਦ ਕੁਮਦਨੀ ਦੂਰੋ ਨਿਵਾਸ, ਅਨਭਉ ਕਾਰ ਨਿਰੇ। ਅੰਮ੍ਰਿਤ ਖੰਡ ਦੂਧ ਮਦ ਸੰਚਸ, ਤੂੰ ਬਨ ਚਾਤੁਰ ਰੇ, ਆਪਣਾ ਆਪ ਤੂੰ ਕਭੂ ਨਾ ਛੋੜਸ, ਪਿਸਨ ਪ੍ਰੀਤ ਜਿਉਰੇ। ਪੰਡਤ ਸੰਗ ਵਸੈ ਜਨ ਮੂਰਖ, ਆਗਮ ਸਾਸ ਸੁਨੇ, ਆਪਣਾ ਆਪ ਤੂੰ ਕਭੂ ਨਾ ਛੋੜਸ, ਸਵਾਨ ਪੂਸ ਜਿਉਰੇ। ਏਕ ਪਾਖੰਡੀ ਨਾਮ ਨਾ ਰਚ ਹੈ, ਏਕ ਹਰ ਹਰ ਚਰਣੀ ਰੇ, ਪੂਰਬ ਲਿਖਿਆ ਪਾਵਸ ਨਾਨਕ, ਰਸਨਾ ਨਾਮ ਜਪ ਰੇ। ਸਾਲਸ ਰਾਏ ਨੇ ਅਰਥ ਸਹਿਤ ਸ਼ਬਦ ਸੁਣ ਕੇ ਬੜੇ ਦੀਨ ਹੋ ਕੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਮੈਨੂੰ ਉਪਦੇਸ਼ ਦਿਓ, ਜਿਸ ਨਾਲ ਮੇਰਾ ਕਲਿਆਣ ਹੋ ਜਾਵੇ। ਕਿਰਪਾ ਕਰਕੇ ਇਹ ਰੁਪਏ ਲਵੋ ਤੇ ਮੈਨੂੰ ਨਿਹਾਲ ਕਰੋ। ਗੁਰੂ ਜੀ ਨੇ ਕਿਹਾ, ਇਹ ਧਨ ਤੁਹਾਡੇ ਜੌਹਰੀਆਂ ਦੇ ਘਰ ਹੀ ਸ਼ੋਭਾ ਪਾਉਂਦਾ ਹੈ, ਸਾਡੇ ਇਹ ਕਿਸੇ ਕੰਮ ਨਹੀਂ ਹੈ। ਜੌਹਰੀ ਨੇ ਕਿਹਾ, ਸੰਤ ਜੀ ਜੇ ਤੁਸੀਂ ਧਨ ਨਹੀਂ ਲੈਣਾ ਤਾਂ ਇਹ ਭੋਜਨ ਛਕ ਲਵੋ। ਮਰਦਾਨਾ ਇਹ ਸਾਰੀਆਂ ਗੱਲਾਂ ਚੁੱਪ ਕਰਕੇ ਸੁਣਦਾ ਰਿਹਾ ਅਤੇ ਭੋਜਨ ਛਕਣ ਦੀਆਂ ਕਈ ਪ੍ਰਕਾਰ ਦੀਆਂ ਗਿਣਤੀਆਂ ਗਿਣਦਾ ਰਿਹਾ ਕਿ ਜੇ ਇਹਨਾਂ ਨੇ ਆਪ ਨਹੀਂ ਛਕਣਾ ਤਾਂ ਮੈਨੂੰ ਹੀ ਦੇ ਦੇਣ, ਮੈਂ ਹੀ ਰੱਜ ਕੇ ਖਾਵਾਂ। ਕਿਰਪਾਲੂ ਗੁਰੂ ਜੀ ਨੇ ਸਾਲਸ ਰਾਏ ਦੀ ਕਲਿਆਣ ਵਾਸਤੇ ਭੋਜਨ ਪ੍ਰਥਾਏ ਸ਼ਬਦ ਉਚਾਰਨ ਕੀਤਾ। ਮਾਰੂ ਮਹਿਲਾ ਪਹਿਲਾ। ਪ੍ਰੀਤੀ ਪਕਵਾਨ ਸੋ ਭੋਜਨ ਕਹੀ ਹੈ, ਲੁਚੀ ਲੋਚਾ ਪੂਰੀ, ਮਠਿਆਈ ਮੁਖ ਹਰ ਹਰ ਬੋਲੇ, ਤਾਂ ਮਨ ਰਹੇ ਹਜੂਰੀ। ਸੁਣ ਸਾਲਸ ਤੂੰ ਭਾਈ ਮੇਰੇ, ਸਮਝ ਪਰੀ ਤਾਂ ਹੋਏ ਨਿਬੇਰੇ। ਰਹਾਉ ਸੇਵਾ ਮਿਲਣ ਤੁਮਾਰਾ ਕਹੀਏ, ਸਤ ਕੇ ਬਾਗੇ ਜੋੜੇ, ਖਾਵਣ ਖਾਏ ਅਗਾਵੇ ਸੋਈ, ਕਿਉਂ ਵਿਖਤੇ ਮਨੁਆ ਮੋੜੇ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਇਹ ਸ਼ਬਦ ਸੁਣ ਕੇ ਸਾਲਸ ਰਾਏ ਦੇ ਨੌਕਰ ਦਾ ਮਨ ਨਿਰਮਲ ਹੋ ਗਿਆ। ਉਸ ਨੇ ਗੁਰੂ ਜੀ ਨੂੰ ਅਸ਼ਟਾਂਗ ਨਮਸਕਾਰ ਕਰਕੇ ਆਖਿਆ ਕਿ ਮੈਂ ਤੁਹਾਨੂੰ ਪਰਮੇਸ਼ਰ ਕਰਕੇ ਜਾਣਿਆ ਹੈ। ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ, ਮੈਨੂੰ ਜਗਤ ਦੀ ਅਗਨੀ ਵਿੱਚ ਸੜਦੇ ਨੂੰ ਕੱਢ ਲਓ। ਉਸ ਦੀ ਸ਼ਰਧਾ ਤੇ ਪ੍ਰੇਮ ਵਾਲੀ ਬੇਨਤੀ ਸੁਣ ਕੇ ਗੁਰੂ ਜੀ ਨੇ ਸ਼ਬਦ ਦੀ ਦੂਜੀ ਪੌੜੀ ਉਚਾਰਨ ਕੀਤੀ, ਜਿਸ ਨੂੰ ਸੁਣ ਕੇ ਸਾਲਸ ਰਾਏ ਮੁਕਤੀ ਦਾ ਇੱਛਾਵਾਨ ਹੋ ਗਿਆ। ਉੱਤਮ ਜਨਮ ਸੁਸਾਕਤ ਕਹੀਏ, ਨੀਚ ਨਾਰਾਇਣ ਪਾਇਆ, ਲੋਭ ਲਹਿਰ ਤੇ ਛੂਟੇ ਤੇਈ, ਜਿਨ ਸਾਧ ਸੰਗ ਗੁਣ ਗਾਇਆ। ਸੁਣ ਸਾਲਸ ਇਹ ਗੋਲਾ ਤੇਰਾ, ਆਪ ਨਾਰਾਇਣ ਆਇਆ,
ਨਾਨਕ ਭਗਤਾ ਸੰਗ ਮਿਲਾਇਆ ਉੱਚੇ ਪਦ ਠਹਿਰਾਇਆ। ਇਸ ਨੂੰ ਸੁਣ ਕੇ ਸਾਲਸ ਰਾਏ ਨੇ ਵਿਚਾਰਿਆ ਕਿ ਇਹ ਪਰਮੇਸ਼ਰ ਦਾ ਅਵਤਾਰ ਹਨ, ਜਿਨ੍ਹਾਂ ਦੇ ਬਚਨ ਦਾਸਾਂ ਦੇ ਦੁੱਖ ਛੇਤੀ ਹੀ ਦੂਰ ਕਰ ਦਿੰਦੇ ਹਨ। ਸਾਲਸ ਰਾਏ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਮੇਰੀ ਕਲਿਆਣ ਕਰੋ। ਤੁਸੀਂ ਪਰਮੇਸ਼ਰ ਦਾ ਰੂਪ ਹੋ, ਤੁਹਾਡੇ ਬਰਾਬਰ ਦਾ ਇਸ ਸਮੇਂ ਹੋਰ ਕੋਈ ਨਜ਼ਰ ਨਹੀਂ ਆਉਂਦਾ। ਗੁਰੂ ਜੀ ਨੇ ਕਿਹਾ, ਜੇ ਤੇਰੀ ਇਹ ਇੱਛਾ ਹੈ ਤਾਂ ਆਪਣੇ ਨੌਕਰ ਦੇ ਪੈਰਾਂ ਤੇ ਪੈ ਜਾ, ਤੇਰਾ ਆਉਣਾ ਜਾਣਾ ਕੱਟਿਆ ਜਾਏਗਾ। ਹੁਕਮ ਮੰਨ ਕੇ ਸਾਲਸ ਰਾਏ ਨੇ ਦੋਵੇਂ ਹੱਥ ਜੋੜ ਕੇ ਆਪਣੇ ਨੌਕਰ ਦੇ ਪੈਰਾਂ ਤੇ ਸਿਰ ਰੱਖ ਦਿੱਤਾ ਅਤੇ ਕਿਹਾ ਕਿ ਮੈਂ ਤੁਹਾਡਾ ਹੁਕਮ ਕਦੀ ਨਹੀਂ ਮੋੜਾਂਗਾ। ਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਕਿਹਾ ਕਿ ਤੇਰੇ ਬੰਧਨ ਕੱਟੇ ਗਏ ਹਨ। ਮਨ ਤੋਂ ਸਾਰੇ ਭਰਮ ਦੂਰ ਕਰਕੇ ਪਰਮੇਸ਼ਰ ਦਾ ਨਾਮ ਜਪਣਾ ਕਰੋ। ਗੁਰੂ ਜੀ ਸਾਲਸ ਤੇ ਪ੍ਰਸੰਨ ਹੋ ਕੇ ਆਪਣਾ 1.5 ਕੁ ਗਜ ਦਾ ਪਰਦਾ ਉਸ ਨੂੰ ਦਿੱਤਾ, ਜਿਸ ਨੂੰ ਸਾਲਸ ਨੇ ਸਿਰ ਤੇ ਰੱਖ ਕੇ ਨਮਸਕਾਰ ਕੀਤੀ ਤੇ ਉਸ ਦੇ ਕਪਾਟ ਖੁੱਲ ਗਏ। ਬ੍ਰਹਮ ਗਿਆਨ ਦੀ ਅਵਸਥਾ ਹੋ ਗਈ। ਉਸ ਨੇ ਪ੍ਰੇਮ ਰੰਗ ਵਿੱਚ ਵਸ ਕੇ ਗੁਰੂ ਜੀ ਦੀ ਉਸਤਤੀ ਵਿੱਚ ਇਹ ਸ਼ਬਦ ਉਚਾਰਨ ਕੀਤਾ। ਪੂਰੇ ਸਤਿਗੁਰੂ ਨਾਮ ਕਾ ਦੀਨੋ ਖੋਲ ਕਪਾਟ, ਇੱਕ ਵਣਜ ਵਣੰਜਿਆ ਬਹੁਰ ਨ ਆਵੇ ਘਾਟ। ਸਤਿਗੁਰੂ ਨਾਨਕ ਪੂਰਾ ਬਚਨ ਕਾ ਸੂਰਾ ਰਹਾਉ, ਅਗਮ ਨਿਗਮ ਦਿਖਾਵਤਾ ਖੋਲੇ ਨੇਤਰ ਅਨੰਤ। ਜਗਤ ਵਣਜਾਰਾ ਸਗਲ ਹੈ ਸਾਹਾ ਏਕ ਭਗਵੰਤ। ਵਣਜ ਹਮਾਰਾ ਸਤਿਗੁਰੂ ਪੂਜੀ ਹਮਰੀ ਨਾਮ, ਆਠ ਪਹਿਰ ਧੁਨ ਲਗ ਹੈ ਸੋਈ ਹਮਾਰੇ ਕਾਮ। ਸਾਲਸ ਬਿਨਵੇ ਬੇਨਤੀ ਤੂੰ ਸੁਣੀਏ ਕਰਤਾਰ, ਕੱਚਾ ਰੰਗ ਉਤਾਰ ਕੇ ਚੜਿਓ ਰੰਗ ਅਪਾਰ। ਸਤਿਗੁਰੂ ਜੀ ਨੇ ਉਸ ਦੀ ਇਹ ਬਾਣੀ ਸੁਣ ਕੇ ਉਸ ਤੇ ਬਹੁਤ ਪ੍ਰਸੰਨ ਹੋ ਕੇ ਮੰਜੀ ਬਖਸ਼ ਦਿੱਤੀ ਅਤੇ ਸਾਰੇ ਨਗਰ ਦੇ ਲੋਕਾਂ ਨੂੰ ਉਸ ਦਾ ਸੇਵਕ ਬਣਾ ਦਿੱਤਾ। ਉਪਰੰਤ ਗੁਰੂ ਜੀ ਨੇ ਬਚਨ ਕੀਤਾ ਕਿ ਜਦ ਤੱਕ ਤੇਰੀ ਉਮਰ ਹੈ ਤਦ ਤੱਕ ਇਹ ਗੱਦੀ ਆਪਣੇ ਪਾਸ ਰੱਖਣੀ, ਉਪਰੰਤ ਇਸ ਆਪਣੇ ਸੇਵਕ ਨੂੰ ਦੇ ਦੇਣੀ, ਹੋਰ ਕਿਸੇ ਨੂੰ ਆਪਣੀ ਸੰਤਾਨ ਨੂੰ ਨਾ ਦੇਣੀ। ਅਸਾਂ ਗੱਦੀ ਤਾਂ ਹੁਣ ਹੀ ਇਸ ਤੇਰੇ ਨੌਕਰ ਨੂੰ ਦੇ ਦੇਣੀ ਸੀ, ਪਰ ਤੇਰਾ ਮਾਣ ਕਰਕੇ ਇਸ ਤੋਂ ਪਹਿਲਾਂ ਤੈਨੂੰ ਦਿੱਤੀ ਹੈ। ਇਸ ਸਮੇਂ ਤੇਰੀ ਉਮਰ 2 ਸਾਲ ਤੇ 7 ਮਹੀਨੇ ਬਾਕੀ ਰਹਿੰਦੀ ਹੈ। ਇਹ ਉਮਰ ਭੋਗ ਕੇ ਇਸ ਆਪਣੇ ਈਰਖਾ ਰਹਿਤ ਨੇਕ ਹਿਰਦੇ ਸੇਵਕ ਨੂੰ ਗੱਦੀ ਦੇ ਦੇਣੀ। ਉਪਰੰਤ ਗੁਰੂ ਜੀ ਨੇ ਮੈਨੂੰ ਆਖਿਆ, ਹੇ ਬਾਲਾ, ਮਰਦਾਨੇ ਨੂੰ ਭੁੱਖ ਤੇ ਸਤਾ ਰਹੀ ਹੈ, ਇਸ ਨੂੰ ਭੋਜਨ ਦਿਓ, ਇਹ ਤ੍ਰਿਪਤ ਹੋ ਜਾਵੇ। ਗੁਰੂ ਜੀ ਦਾ ਬਚਨ ਮੰਨ ਕੇ ਮਰਦਾਨੇ ਨੂੰ ਭੋਜਨ ਦਿੱਤਾ, ਜੋ ਬਹੁਤ ਸਵਾਦ ਵਾਲਾ ਹੋਣ ਕਰਕੇ ਮਰਦਾਨੇ ਨੇ ਲਾਲਚ ਕਰਕੇ ਬਹੁਤ ਖਾ ਲਿਆ। ਫਿਰ ਸਾਲਸ ਰਾਏ ਸਾਨੂੰ ਆਪਣੇ ਘਰ ਲੈ ਗਿਆ। ਗੁਰੂ ਜੀ ਨੇ ਕੁਝ ਦਿਨ ਉਸ ਪਾਸ ਨਿਵਾਸ ਰੱਖਿਆ।